ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਅੱਜ ਗੱਲਬਾਤ ਕਰਨ ਲਈ ਪਹੁੰਚਾ ਹਾਂ ਹਲਕਾ ਕੈਲਗਰੀ ਸਕਾਈਵਿਊ ਤੋਂ ਮੈਂਬਰ ਪਾਰਲੀਮੈਂਟ ਜਗਦੀਪ ਜੈਕ ਸੋਹਤਾ ਹੋਰਾਂ ਦੇ ਆਫਿਸ ਦੇ ਵਿੱਚ ਕੁਝ ਅਹਿਮ ਗੱਲਾਂ ਬਾਤਾਂ ਕਰਾਂਗੇ, ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ। ਪਹਿਲਾਂ ਕਰਦੇ ਇਹਨਾਂ ਦਾ ਸਵਾਗਤ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਆਪਾਂ ਗੱਲ ਕਰਦੇ ਹਾਂ ਜੀ, ਜਿਹੜੀ ਇੱਕ ਗ੍ਰਾਂਟ ਆ ਹੁਣ ਪਿਛਲੇ ਦਿਨੀ ਤੁਸੀਂ ਕੰਸਟੀਚੁਐਂਸੀ ਲਈ ਅਪਰੂਵ ਕਰਵਾਈ ਹੈ, ਕੀਤੀ ਹੈ ਨਾ, ਉਹ ਫੰਡਿੰਗ ਪਹੁੰਚ ਚੁੱਕੀ ਆ ਸਮਰ ਜੌਬ ਵਾਸਤੇ। ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਕਿਹੜੇ ਕਿਹੜੇ ਸੰਸਥਾਵਾਂ ਆਰਗੇਨਾਈਜੇਸ਼ਨਾਂ ਲੈ ਸਕਦੀਆਂ ਤੇ ਕਿੱਥੇ ਕਿੱਥੇ ਯੂਜ਼ ਕੀਤੀ ਜਾ ਸਕਦੀ। ਦੇਖੋ, ਜਿਹੜੀ ਇਹ ਸਮਰ ਜੌਬ ਪ੍ਰੋਗਰਾਮ ਆ ਨਾ, ਇਹਦੇ ਵਿੱਚ 2.8 ਮਿਲੀਅਨ ਤੋਂ ਉੱਪਰ ਪੈਸੇ ਆਏ ਹੈਗੇ ਆ ਮੇਰੀ ਕੰਸਟੀਚੁਐਂਸੀ ਲਈ। ਐਂਡ ਮੇਰੀ ਕੰਸਟੀਚੁਐਂਸੀ ਦੇ ਵਿੱਚ 20,000 ਬਿਜ਼ਨੈਸਿਸ ਆ। ਐਂਡ ਆਪਾਂ ਨੂੰ ਪਤਾ ਆ ਕਿ ਪਿਛਲੇ ਸਾਲ ਦੇ ਵਿੱਚ ਕੋਵਿਡ ਕਰਕੇ ਬਹੁਤ ਸਟਰਗਲ ਹੋ ਰਹੀ ਸੀ ਬਿਜ਼ਨੈਸਿਸ ਦੀ। ਐਕਚੁਅਲੀ ਜੇ ਆਪਾਂ ਸੋਚਿਆ ਜਾਵੇ, ਕੋਵਿਡ ਤੋਂ ਪਹਿਲਾਂ ਵੀ ਆਪਣੀ ਇਕਨੋਮੀ ਪੈ ਰਹੀ ਸੀਗੀ, ਪਰ ਕੋਵਿਡ ਨੇ ਹੁਣ ਜ਼ਿਆਦਾ ਖਰਾਬ ਕਰ ਦਿੱਤਾ। ਸੋ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਮੇਰੀ ਕੰਸਟੀਚੁਐਂਸੀ ਦੇ ਵਿੱਚ, ਤਾਂ ਕਿ ਜਿਹੜੇ ਸਮਾਲ ਬਿਜ਼ਨੈਸਿਸ ਜਾਂ ਸਫਰ ਕਰ ਰਹੇ ਸੀ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਮਿਲ ਸਕੇ। $2.8 ਮਿਲੀਅਨ ਕਾਫੀ ਆ, ਵੱਡੀ ਅਮਾਊਂਟ ਆ ਆਪਣੀ ਰਾਈਡਿੰਗ ਲਈ। ਸੋ ਉਹਦੇ ਨਾਲ ਨਾਟ ਓਨਲੀ ਬਿਜ਼ਨੈਸਿਸ ਨੂੰ ਹੈਲਪ ਹੋਗੀ, ਪਰ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਜਿੱਦਾਂ ਕਿ ਗੁਰਦੁਆਰਾ ਸਾਹਿਬ ਆ, ਉਹਨਾਂ ਨੂੰ, ਜਾਂ ਸਕੂਲਸ ਆ, ਪੰਜਾਬੀ ਸਕੂਲਸ ਆ, ਜਾਂ ਹੋਰ ਇੱਦਾਂ ਦੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਬਹੁਤ ਲੋੜ ਸੀ। ਕਿਉਂਕਿ ਪਿਛਲੇ ਸਾਲ ਦੇ ਵਿੱਚ ਨਾ, ਕਿਉਂਕਿ ਫੰਡ ਰੇਜ਼ਿੰਗ ਹੁੰਦੀ ਆ ਹਰੇਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ, ਉਹਦੇ ਬੇਸ ਤੇ ਹੀ ਉਹ ਬੇਸਿਕਲੀ ਉਹਨਾਂ ਦਾ ਚੱਲਦਾ ਆ। ਪਰ ਕੋਵਿਡ ਕਰਕੇ ਪਹਿਲਾਂ ਤਾਂ ਸਾਰੇ ਫਾਈਨੈਂਸ਼ੀਅਲੀ ਟਾਈਟ ਸੀ, ਦੂਜਾ ਉਹ ਇੰਨੀ ਛੇਤੀ ਕਰ ਨਹੀਂ ਸੀ ਸਕਦੇ, ਬਾਹਰ ਸਾਰਾ ਕੁਛ ਤਾਂ ਆਲਮੋਸਟ ਬੰਦ ਸੀ, ਹਨਾ। ਸੋ ਬਹੁਤ ਜ਼ਿਆਦਾ ਲੋੜ ਸੀਗੀ ਕਿ ਸਪੋਰਟ ਮਿਲ ਸਕੇ। ਐਂਡ ਇਹ ਵਿਨ ਵਿਨ ਸਿਚੁਏਸ਼ਨ ਆ, ਨਾਲੇ ਬੱਚਿਆਂ ਨੂੰ ਇੰਪਲੋਇਮੈਂਟ ਮਿਲਦੀ ਆ, ਪੈਸੇ ਲੈ ਕੇ ਨਾਲੇ ਕੰਮ ਸਿੱਖਦੇ ਆ, ਲਾਈਫ ਦੇ ਸਕਿੱਲ ਸਿੱਖਦੇ ਆ, ਰਿਲੇਸ਼ਨਸ਼ਿਪਸ ਬਣਾਉਂਦੇ ਆ, ਹਨਾ। ਕੰਮ ਦੀ ਹੀ ਆਪਾਂ ਚੀਜ਼ਾਂ ਸਿੱਖਦੇ ਆ, ਹਨਾ, ਕਿ ਇੱਕ ਦੂਜੇ ਨੂੰ ਟਰੀਟ ਕਿੱਦਾਂ ਕਰਨਾ, ਟੀਮ ਵਰਕ ਕਿੱਦਾਂ ਕਰਨਾ। ਸੋ ਬੱਚਿਆਂ ਨੂੰ ਪੈਸੇ ਵੀ ਮਿਲਦੇ ਤੇ ਨਾਲੇ ਲਾਈਫ ਐਕਸਪੀਰੀਅੰਸ ਮਿਲਦਾ, ਵਰਕ ਐਕਸਪੀਰੀਅੰਸ ਮਿਲਦਾ। ਉਧਰ ਦੂਜੇ ਸਾਈਡ ਤੇ ਬਿਜ਼ਨੈਸਿਸ ਨੂੰ ਫਾਈਨੈਂਸ਼ੀਅਲ ਸਪੋਰਟ ਮਿਲਦੀ ਆ। ਤੇ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਜਿਨ੍ਹਾਂ ਕੋਲ ਆਲਰੇਡੀ ਉਹਨਾਂ ਦੀਆਂ ਬੈਂਕਸ ਡਰਾਈਡ ਅਪ ਸੀਗੇ ਪੈਸੇ ਪਿਛਲੇ ਸਾਲ ਦੇ ਵਿੱਚ, ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਮਿਲੀ। ਸਾਰੇ win-win situation ਹੋ ਜਾਂਦੀ ਆ। ਸੋ ਆਮ ਵੈਰੀ ਹੈਪੀ ਐਂਡ ਵੈਰੀ ਪ੍ਰਾਊਡ ਕਿ ਆਪਾਂ ਇਹ ਸਿਕਿਉਰ ਕਰਾ ਸਕੇ ਆ ਗ੍ਰਾਂਟ। ਠੀਕ ਹੈ ਜੀ। ਇਹ ਕਿਸ ਤਰ੍ਹਾਂ ਵਰਤੋਂ ਚ ਆ ਸਕਦੇ ਆ? ਜਿੱਦਾਂ ਆਪਾਂ ਆਰਗੇਨਾਈਜੇਸ਼ਨ ਦਾ ਨਾਮ ਲੈਤਾ, ਇਹਦੇ ਵਿੱਚ ਜਿਹੜੇ ਬੱਚੇ ਵੀ ਵਲੰਟੀਅਰ ਆ ਜਾਂ ਹੋਰ ਕਿੰਨੀ ਕੇਸ ਵਾਲੇ ਹੋ ਸਕਦੇ ਹੁੰਦੇ ਆ ਇਨਵੋਲਵ? ਸੋ ਜਿੱਦਾਂ ਕਿ ਇਹਦਾ ਨਾਮ ਕਹਿੰਦਾ ਹੈ ਸਮਰ ਜੌਬ, ਸਟੂਡੈਂਟ ਸਮਰ ਜੌਬ ਪ੍ਰੋਗਰਾਮ ਬੇਸਿਕਲੀ ਹੈ, ਜਿਹੜੇ 18 ਤੋਂ ਉੱਪਰ ਆ, 18 ਸਾਲ ਤੋਂ 30 ਸਾਲ ਤੱਕ। ਅੱਛਾ ਜੀ। ਤੇ ਇਹ ਕਈ ਵਾਰੀ 6 ਵੀਕਸ ਦਾ ਆ, 8 ਵੀਕਸ ਦਾ, ਕਈ ਵਾਰ 12 ਵੀਕਸ ਦਾ, ਕਈ ਵਾਰ 23 ਵੀਕਸ ਦਾ ਆ। ਸੋ ਕਿਉਂਕਿ ਕੋਵਿਡ ਦੇ ਕਰਕੇ ਥੋੜੀ ਐਕਸਟੈਂਸ਼ਨ ਵੀ ਹੈਗੀ ਆ, ਜਿੱਦਾਂ ਕਿ ਜਨਵਰੀ ਤੱਕ ਨੈਕਸਟ ਤਾਈਂ ਇੰਪਲੋਏ ਕਰ ਸਕਦੇ। ਸੋ ਕਾਫੀ ਸਪਰੈਡ ਆਊਟ ਹੋ ਕੇ ਸਪੋਰਟ ਮਿਲ ਸਕਦੀ ਹੈਗੀ ਆ ਜਿਹੜੇ ਬਿਜ਼ਨੈਸਿਸ ਐਂਡ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ। ਐਂਡ ਜਿਹੜੇ ਬੱਚੇ ਆ, ਉਹਨਾਂ ਨੂੰ ਲਾਈਕ ਸਮਰ ਦੇ ਵਿੱਚ ਵੀ ਐਕਸਪੀਰੀਅੰਸ ਮਿਲ ਸਕਦਾ ਥਰੂ ਆਊਟ ਦ ਈਅਰ ਐਜ਼ ਵੈਲ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ, C10 ਜਿਹੜਾ ਬਿੱਲ ਲਿਆਂਦਾ ਜਾ ਰਿਹਾ ਹੈ ਨਾ, ਉਹਨੂੰ ਸੋਚ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਗਲਤਫਹਿਮੀਆਂ ਆ ਰਹੀਆਂ। ਇਹਦਾ ਕੀ ਫਾਇਦਾ, ਕੀ ਨੁਕਸਾਨ ਹੈ? ਲੋਕਾਂ ਨੂੰ ਤਾਂ ਇਹਦੇ ਬਾਰੇ ਪਤਾ ਕੁਝ ਨਹੀਂ ਲੱਗਦਾ। ਹਾਂ, ਜਿਹੜਾ C10 ਹੈ ਨਾ, ਜਿਹੜਾ ਬਿੱਲ, ਉਹ ਬੇਸਿਕਲੀ ਇਹ ਗਵਰਨਮੈਂਟ ਦੇ ਵੱਲੋਂ ਪ੍ਰਪੋਜ਼ ਕੀਤਾ ਗਿਆ ਹੈ ਕਿ ਜਿਹੜਾ ਤੁਸੀਂ ਆਨਲਾਈਨ ਤੇ ਫੇਸਬੁੱਕ ਤੇ ਜਿੱਦਾਂ ਤੁਸੀਂ ਕੁਝ ਪਾਉਣਾ ਆ, ਉਹ ਗਵਰਨਮੈਂਟ ਸੈਂਸਰ ਕਰੂਗੀ। ਉਹ ਅੱਛਾ ਜੀ। ਰਾਈਟ। ਸੋ ਗਵਰਨਮੈਂਟ ਡਿਸਾਈਡ ਕਰੂਗੀ। ਦੈਟਸ ਨਾਟ ਸਮਥਿੰਗ ਕੋਈ ਵੀ ਖੁਸ਼ ਨਹੀਂ ਹੋਊਗਾ ਇਹ ਸੁਣ ਕੇ, ਕਿਉਂਕਿ ਜੇ ਤੁਸੀਂ ਕੁਛ ਫੇਸਬੁੱਕ ਤੇ ਪਾਉਣੇ ਆ ਤੇ ਫਿਰ ਉਹਦਾ ਲਾਈਕ ਇੱਦਾਂ ਦੀ ਫ੍ਰੀ ਕੰਟਰੀ ਦੇ ਵਿੱਚ ਉਹ ਤਾਂ ਫਿਰ ਗਵਰਨਮੈਂਟ ਕ੍ਰਾਸ ਕਰ ਰਹੀ ਹੈ ਲਿਮਿਟ। ਸੋ ਲਿਬਰਲ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਤੇ ਅਸੀਂ ਇਹਦੇ ਖਿਲਾਫ ਆ, ਕਿਉਂਕਿ ਆਲਰੇਡੀ ਲਾਅ ਹੈਗੇ ਆ ਜਿਹੜੇ ਕਿ ਜੇ ਕਿਤੇ ਹੇਟ ਕ੍ਰਾਈਮ ਆ ਜਾਂ ਕੁਛ ਇੱਦਾਂ ਦਾ ਹੈਗਾ, ਆਨਲਾਈਨ ਹੇਟ ਦਾ ਕੁਛ ਇਨਸੀਡੈਂਟ ਹੁੰਦੇ ਆ, ਉਹਦੇ ਵਿੱਚ ਹੈਗੇ ਆ ਲਾਅਸ ਜਿਹਦੇ ਅੰਡਰ ਤੁਸੀਂ ਪ੍ਰੋਟੈਕਸ਼ਨ ਮਿਲਦੀ ਆ। ਸੋ ਦਿਸ ਇਜ਼ ਗੋਇੰਗ ਬਿਯੋਂਡ, ਇਹ ਬਹੁਤ ਲਿਮਿਟ ਤੋਂ ਬਾਹਰ ਜਾ ਰਹੇ ਹੈਗੇ ਆ ਇਸ ਬਿੱਲ ਦੇ ਨਾਲ। ਐਂਡ ਅਸੀਂ ਐਂਡ ਬਹੁਤ ਲੋਕੀ ਕੈਨੇਡੀਅਨਸ, ਮੇਰੇ ਕੰਸਟੀਚੁਐਂਟਸ ਹੈਪੀ ਨਹੀਂ ਹੈਗੇ ਇਹਦੇ ਵਿੱਚ, ਕਿਉਂਕਿ ਫਰੀਡਮ ਇੱਦਾਂ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜੀ ਸ਼ੰਕਾ ਪੈਦਾ ਹੋ ਰਹੀ ਆ ਵੀ ਕੀ ਇਹ ਸਰਕਾਰ ਇਹਦੇ ਵਿੱਚੋਂ ਕੀ ਕੱਢਣਾ ਚਾਹੁੰਦੀ ਆ।
ਵੀ ਅਸੀਂ ਵੀ ਇਹੀ ਪਤਾ ਕਰਨਾ ਚਾਹੁੰਦੇ ਕਿ ਕੀ ਕੱਢਣਾ ਚਾਹੁੰਦੇ ਆ ਹਾਂ। ਇਦਾਂ ਦੀ ਕੰਟਰੀ ਦੇ ਵਿੱਚ ਜਿੱਥੇ ਤੁਹਾਨੂੰ ਫ੍ਰੀडम ਆ ਬੋਲਣ ਦੀ, Yeah. ਕਹਿਣ ਦੀ, ਐਕਸਪ੍ਰੈਸ਼ਨ ਦੀ, ਉਹਦੇ ਵਿੱਚ ਇਹ ਤੁਸੀਂ ਸੈਂਸਰ ਕਰਕੇ ਕੀ ਕੀ ਕਰਨਾ? ਕਰਨਾ ਹੈ, ਕਿਉਂਕਿ ਆਮ ਬੰਦਾ ਕੁਛ ਨਾ ਕੁਛ ਲਿਖਦਾ ਰਹਿੰਦਾ ਆ, ਕਪਾਉਂਦਾ ਰਹਿੰਦਾ ਆ। ਇਹ ਸਭ ਵੀ ਉਹ ਜਿੱਦਾਂ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਕਰਦੀਆਂ ਜਾਂ ਉਸ ਹਿਸਾਬ ਨਾਲ ਉਹੀ ਰੂਲ ਲਿਆਉਣੇ ਚਾਹੁੰਦੇ ਫਿਰ ਸੋ ਇਹ ਤਾਂ ਕੰਟਰੀ ਫ੍ਰੀ ਕੰਟਰੀ ਫ੍ਰੀ ਕੰਟਰੀ ਆ ਨਾ, ਇੱਥੇ ਤਾਂ ਇੰਡੀਪੈਂਡੈਂਟ ਹਰੇਕ ਬੰਦਾ ਆਪਣਾ ਹੱਕ ਸਮਝਦਾ ਵੀ ਨਾਗਰਿਕ ਬਰਾਬਰਤਾ ਆ ਸਾਰੇ। ਯੈਸ ਐਂਡ ਇਹ ਅਸੀਂ ਅਪੋਜ਼ ਕਰ ਰਹੇ ਇਸ ਬੇਸ ਤੇ। ਲੋਕ ਬੋਟਮ ਲਾਈਨ ਇਹ ਆ ਕਿ ਜਦੋਂ ਤੁਸੀਂ ਇਦਾਂ ਦੀ ਕੰਟਰੀ ਦੇ ਕੈਨੇਡਾ ਦੇ ਵਿੱਚ ਰਹਿੰਦੇ ਆ ਤਾਂ ਤੁਹਾਨੂੰ ਡਰ ਹੋਵੇ ਹਾਂਜੀ ਕਿ ਮੈਂ ਜੋ ਪੋਸਟ ਕਰਨ ਲੱਗਾ ਉਹਦਾ ਕੀ ਹਾਂ। ਰਿਜ਼ਲਟ ਹੋਗਾ, ਜਾਂ ਮੈਨੂੰ ਬਿਲਕੁਲ। ਪੋਸਟ ਕਰਨ ਵੀ ਦਿੱਤਾ ਜਾਊਗਾ ਕਿ ਬਿਲਕੁਲ। ਨਹੀਂ। ਫਿਰ ਉਹ ਤਾਂ ਫਿਰ ਇਹ ਕੰਟਰੀਆਂ ਆਪਾਂ ਕਈ ਪਿੱਛੇ ਛੱਡ ਕੇ ਆਏ ਆ ਇਦਾਂ ਦੀਆਂ ਜਿੱਥੇ ਬਿਲਕੁਲ ਇੰਨੀ ਜੀ। ਸੈਂਸਰਸ਼ਿਪ ਆ। ਸੋ ਇੱਥੇ ਇਹ ਤਾਂ ਇਹ ਹੋਊਗਾ ਵੀ ਤੁਸੀਂ ਚੀਜ਼ ਪਾਤੀ ਆ, ਉਹ ਭਾਵੇਂ ਤੁਹਾਡੇ ਹੱਕ 'ਚ ਆ ਜਾਂ ਨਹੀਂ ਹੱਕ ਦੇ ਵਿੱਚ, ਤੇ ਤੁਸੀਂ ਉਹ ਸਰਕਾਰ ਕਹਿੰਦੀ ਆ ਤਾਂ ਉਹਨੂੰ ਡਿਲੀਟ ਆਪਣੇ ਆਪ ਕਰ ਦੇਣਗੇ। ਕਈ ਵਾਰੀ ਉਹਨਾਂ ਨੇ ਸ਼ਾਇਦ ਪੋਸਟ ਹੀ ਨਹੀਂ ਕਰਨ ਦੇਣਾ। ਹਾਂ, ਇਹ ਵੀ ਹੋ ਸਕਦਾ ਵੀ ਉਹ ਪਬਲਿਸ਼ ਹੀ ਨਾ ਹੋਵੇ ਨਾ, ਪਬਲਿਕ ਤੱਕ ਗੱਲ ਪਹੁੰਚੇ ਹੀ ਨਾ। ਸੋ ਇਹ ਜ਼ਿਆਦਾ ਬਿਯੋਂਡ ਲਿਮਿਟ ਜਾ ਰਹੇ ਹੈਗੇ ਆ ਇਸ ਬਿੱਲ ਦੇ ਨਾਲ। ਤੇ ਤੁਸੀਂ ਇਹਦੇ ਬਾਰੇ ਵਿਰੋਧ ਕਰ ਰਹੇ ਪੂਰਾ? Yes. ਆਪੋਜੀਸ਼ਨ 'ਚ ਬੈਠੇ ਆ? ਹਾਂਜੀ, ਜੇ ਤੁਸੀਂ ਮੇਰੇ ਫੇਸਬੁੱਕ ਤੇ ਜਾਓਗੇ, ਸਾਡੇ ਜਿਹੜਾ ਸ਼ੈਡੋ ਮਿਨਿਸਟਰ ਹੈ ਹਾਂਜੀ ਹਾਂਜੀ, ਉਹਨਾਂ ਨੇ ਲੈਟਰ ਵੀ ਲਿਖੀ ਹੈਗੀ ਲੈਟਰ ਆ, ਲਿਖੀ ਆ। ਹਨਾ? ਹਾਂਜੀ ਤੇ ਉਹ ਅਸੀਂ ਕਮੇਟੀ ਦੇ ਵਿੱਚ ਵੀ ਵਿਰੋਧ ਕਰ ਰਹੇ ਸੀ। ਜੀ 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 ਜੀ। ਹੁਣ ਆਪਾਂ ਇਹਦੇ ਨਾਲ ਹੀ ਇੱਕ ਰਲਦਾ ਸਵਾਲ ਕਰਦੇ ਹਾਂ ਜੀ, ਵੀ ਸਰਕਾਰ ਕਹਿੰਦੀ ਵੀ $10 ਦੇ ਵਿੱਚ ਤੁਸੀਂ ਡੇ ਕੇਅਰ ਦੇ ਵਿੱਚ ਬੱਚੇ ਛੱਡ ਸਕਦੇ ਆ। ਤੁਸੀਂ ਕੀ ਕਹਿਣਾ ਚਾਹੁੰਦੇ ਆ? ਆਮ ਤੁਹਾਡੇ ਕੋਲ ਵੀ ਲੋਕਾਂ ਦੇ ਫੋਨ ਆਉਣ ਲੱਗ ਪਏ ਹੋਣੇ ਆ, ਕਿਉਂਕਿ ਮੈਨੂੰ ਵੀ ਲੋਕੇ ਪੁੱਛਦੇ ਆ ਵੀ $10 ਦੇ ਵਿੱਚ ਅਸੀਂ ਬੱਚੇ ਨਹੀਂ ਬਾਹਰ ਛੱਡਣਾ ਚਾਹੁੰਦੇ, ਜੋ ਹਾਲਾਤ ਬਣੇ ਆ ਇਸ ਲਈ। ਇਹ ਸਿਰਫ ਹਾਲਾਤ ਇਸ ਟਾਈਮ ਦੀ ਗੱਲ ਨਹੀਂ ਹੈਗੀ। ਜਿੱਦਾਂ ਹੁਣ ਕਿ ਮੈਨੂੰ ਤੇ ਮੇਰੇ ਭਰਾ ਨੂੰ ਰੇਜ਼ ਕੀਤਾ, ਹਾਂ। ਦਾਦਾ ਦਾਦੀ ਨੇ ਕੀਤਾ। ਹਾਂਜੀ ਹਾਂਜੀ ਕਿਉਂਕਿ ਸਾਡੇ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਆ ਨਾ, ਸੋ ਹਾਂ। ਆਪਣੀ ਜਿਹੜੀ ਫੈਮਲੀਜ਼ ਦਾ ਸੋਚ ਹੁੰਦੀ ਆ, ਉਹ ਹੁੰਦੀ ਆ ਕਿ ਸਾਡਾ ਕਲਚਰ ਤੇ ਸਾਡੀ ਲੈਂਗੁਏਜ ਨਾ ਗਵਾਚ ਜਾਵੇ। ਬਿਲਕੁਲ। ਇੰਗਲਿਸ਼ ਤਾਂ ਸਿੱਖ ਹੀ ਲੈਣੀ ਆ ਹਾਂ, ਸਿੱਖ ਸਾਰਿਆਂ ਲੈਣੀ ਨੇ, ਉਹ ਤਾਂ ਹਨਾ? ਆਈ ਜਾਂਦੀ ਤਕਰੀਬਨ। ਜਾਂ ਬੱਚਿਆਂ ਨੇ ਸਿੱਖ ਹੀ ਲੈਣੀ ਆ। ਉਹ- ਸੋ ਆਪਾਂ ਨੂੰ ਜ਼ਿਆਦਾ ਹੁੰਦਾ ਕਿ ਸਾਡਾ ਕਲਚਰ ਪਾਸ ਔਨ ਹੋਵੇ ਸਾਡੇ ਹਾਂ, ਕਿਡਸ ਤੇ, ਹਨਾ? ਬਿਲਕੁਲ, ਬਿਲਕੁਲ। ਸਾਡਾ ਲੈਂਗੁਏਜ ਪਾਸ ਔਨ ਹੋਵੇ। Yeah. ਕਿਉਂਕਿ ਸਾਡੀ ਦਾਦੀ ਆਪ ਕਹਿ ਦਿੰਦੇ ਆ, ਜਦੋਂ ਮੈਂ ਤੇ ਮੇਰਾ ਭਰਾ ਇੰਗਲਿਸ਼ ਚ ਗੱਲ ਕਰਦੇ, ਚਟਰ ਪਟਰ ਕਰੀ ਜਾਂਦੇ ਤੁਸੀਂ, ਹਨਾ? ਸਹੀ ਗੱਲ। ਇਹ ਕਿਉਂ ਤੁਸੀਂ ਪੰਜਾਬੀ ਚ ਗੱਲ ਕਰੋ ਮੇਰੇ ਨਾਲ? ਹਾਂ ਪਰ ਉਹਨਾਂ ਨੇ ਕਿਉਂਕਿ ਸਾਨੂੰ ਸਿਖਾਈ ਹੋਈ ਆ, ਸਾਡੇ ਜਿਹੜੇ ਕਈ ਵਰਡਸ ਆ ਨਾ ਮੇਰੇ ਤੇ ਹਾਂ। ਮੇਰੇ ਭਰਾ ਦੇ, ਉਹ 올ਡ ਵਰਡਸ ਆ, ਹਾਂ। ਉਹ ਇੰਨੇ ਮਾਡਰਨ ਨਹੀਂ ਹੈਗੇ ਪੰਜਾਬੀ ਦੇ, ਕਿਉਂਕਿ ਸਾਨੂੰ ਦਾਦਾ ਦਾਦੀ ਨੇ ਸਿਖਾਈ ਆ। ਹਾਂ। ਉਹਨਾਂ ਨੇ ਜਿਹੜੀ ਸਿੱਖੀ ਸੀ ਉਹ ਹੀ ਪਾਸ ਕੀਤੀ ਆ ਸਾਨੂੰ। ਮੈਂ ਕਹਿੰਦਾ ਐਜੂਕੇਟਿਡ ਵੀ ਹੁੰਦੀਆਂ ਫੈਮਲੀਆਂ, ਪੜ੍ਹੇ ਲਿਖੇ ਵੀ ਆ ਸਾਰਾ, ਲੇਕਿਨ ਉਹ ਤੁਹਾਨੂੰ ਉਸ ਕਲਚਰ ਨੂੰ ਜੋੜਨ ਲਈ ਉਹ ਗੱਲਾਂ ਕਹਿੰਦੇ ਵੀ ਤੁਸੀਂ ਇਹ ਕਿਉਂ ਕਰਦੇ ਆ। ਯੈਸ, ਇਹ ਕਿ ਉਹ ਜਿਹੜਾ ਕਨੈਕਸ਼ਨ ਆ ਤੁਹਾਡਾ ਹਾਂ। ਦਾਦੀ ਦਾਦੇ ਦੇ ਨਾਲ, ਹਾਂ। ਆਪਣੇ ਕਲਚਰ ਨਾਲ, ਆਪਣੀ ਬਿਲਕੁਲ। ਲੈਂਗੁਏਜ ਨਾਲ, ਉਹ ਤੁਹਾਡੀ ਫੈਮਿਲੀ ਪਾਸ ਕਰਦੀ ਆ ਹਾਂ, ਤੁਹਾਨੂੰ, ਬਿਲਕੁਲ ਰਾਈਟ? ਜੀ। ਇੱਥੇ ਜਿੱਦਾਂ ਮੈਂ ਕਿਹਾ, ਬੱਚਿਆਂ ਨੇ ਇੰਗਲਿਸ਼ ਤਾਂ ਸਿੱਖੇ ਲੈਣੀ, ਸਾਰੀ ਉਮਰ ਇੱਥੇ ਹੀ ਰਹਿਣਾ ਹੈ। ਬਿਲਕੁਲ ਜੀ, ਬਿਲਕੁਲ। ਜਾਂ ਪਰ ਆਪਾਂ ਨੂੰ ਜਿਹੜਾ ਫੋਕਸ ਕਰਨਾ ਪੈਣਾ, ਇਹ ਜਿਹੜਾ $10 ਦਾ ਆ, ਪਹਿਲੀ ਤਾਂ ਗੱਲ ਇਹ ਲਿਬਰਲ ਗਵਰਨਮੈਂਟ ਨੇ 9 ਵਾਰੀ ਇਹ ਪ੍ਰੋਮਿਸ ਕਰ ਚੁੱਕਿਆ ਪਿਛਲੇ 40 ਸਾਲਾਂ 'ਚ, ਵਾਹ ਜੀ। ਹਾਲੇ ਤਾਈਂ ਡਿਲੀਵਰ ਨਹੀਂ ਕੀਤਾ। ਸੋ ਇਹ ਜਿਹੜਾ ਬਜਟ ਆ, ਇਹ ਕਾਹਦੇ ਲਈ ਆ? ਵੋਟਾਂ ਲੈਣ ਲਈ ਆ ਕਿ ਵੋਟਾਂ। ਐਕਚੁਅਲੀ ਕੈਨੇਡੀਅਨ ਨੂੰ ਹੈਲਪ ਕਰਨ ਲਈ ਆ? ਦੂਜੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਇਹ $10 ਕਹਿੰਦੇ, ਇਹਦੇ ਵਿੱਚ ਪ੍ਰੋਵਿੰਸ ਨੂੰ ਵੀ ਇਨਪੁਟ ਕਰਨੀ ਪੈਣੀ, ਪ੍ਰੋਵਿੰਸ ਨੂੰ ਵੀ ਉਨੇ ਪੈਸੇ ਪਾਉਣੇ ਪੈਣੇ ਆ। ਹਾਂਜੀ ਹਾਂਜੀ ਤੇ ਉਹ ਪ੍ਰੋਵਿੰਸਸ ਹੁਣ ਆਲਰੇਡੀ ਕਰ ਰਹੇ ਆ ਜਿੰਨਾ ਉਹ ਕਰ ਸਕਦੇ ਆ, ਤੇ ਅੱਗੇ ਆਪਣੀ ਪ੍ਰੋਵਿੰਸ ਦੀ ਹਾਲਤ ਵੀ ਬਹੁਤ ਬੈਡ ਆ। ਸੋ ਜੇ ਹਾਂ। ਪ੍ਰੋਵਿੰਸ ਨਾ ਕਰ ਸਕੇ ਫਿਰ ਇਹ ਕੀ ਕਰੋਗੇ? ਫਿਰ ਕੀ ਕਰੋਗੇ? Yeah. ਮੋਰ ਇੰਪੋਰਟੈਂਟ ਹੈ ਪੇਰੈਂਟਸ ਕੋ ਚੋਇਸ ਹੋਣੀ ਚਾਹੀਦੀ ਹੈ। Yeah. ਇਹ ਕੁਕੀ ਕਟਰ ਨਹੀਂ ਹੈ ਕਿ ਇਦਾਂ ਸ਼ੀਟ ਵਿਛਾ ਲਈ ਉੱਤੇ ਕੁਕੀ ਕਟਰ ਰੱਖ ਦਿੱਤਾ, ਸਾਰੀਆਂ ਕੁਕੀਆਂ ਇੱਕੋ ਜਿਹੀਆਂ ਹਾਂ, ਲੱਗਣ, ਇੱਕੋ ਜਿਹੀਆਂ ਕਿ ਲੱਗਣਗੀਆਂ। ਸਾਰੇ ਡੇ ਕੇਅਰ ਸਾਰੀ ਕੰਟਰੀ 'ਚ ਇੱਕੋ ਜਿਹੇ ਲੱਗਣ। ਹਾਂ। ਇੱਕ ਕੁਬੈਕ ਦੇ ਵਿੱਚ ਜਿਹੜਾ ਮਾਡਲ ਆ ਨਾ, ਇਦਾਂ ਦਾ ਮਾਡਲ ਆ, ਹਾਂਜੀ ਪਰ ਕੁਬੈਕ ਦੇ ਕੋਲ ਇੱਕ ਲੈਂਗੁਏਜ ਆ, ਹਾਂਜੀ, ਇੱਕ ਹਾਂਜੀ। ਕਲਚਰ ਹਾਂ, ਇੱਕ ਕਲਚਰ। ਹਨਾ? Yeah. ਇੱਥੇ ਡਿਫਰੈਂਟ ਕਲਚਰਸ ਆ, ਡਿਫਰੈਂਟ Yeah. ਲੈਂਗੁਏਜ ਆ, ਡਿਫਰੈਂਟ ਪ੍ਰਾਇੋਰਿਟੀਜ਼ ਆ। ਅਸੀਂ ਕਹਿੰਦੇ ਆ ਜ਼ਰੂਰ ਕਰੋ ਹੈਲਪ, ਹਾਂਜੀ ਸਪੋਰਟ ਕਰੋ ਚਾਈਲਡ ਕੇਅਰ ਦੇ ਵਿੱਚ, ਜੀ ਜੀ ਜੀ। ਪਰ ਪੇਰੈਂਟਸ ਕੋ ਚੋਇਸ ਛੱਡੋ ਕਿ ਉਹਨਾਂ ਨੇ ਕਿੱਥੇ ਆਪਣੇ ਬੱਚੇ ਰੇਜ਼ ਕਰਨੇ। ਆਹ ਅਕਸਰ ਉਹਨਾਂ ਨੂੰ ਆਪਣੇ ਬੱਚੇ ਦਾ ਪਤਾ ਹੁੰਦਾ ਆ ਵੀ ਇਹ ਬੱਚਾ ਅਸੀਂ ਛੱਡ ਸਕਦੇ ਆ ਕਿ ਨਹੀਂ ਛੱਡ ਸਕਦੇ। ਦੂਜੀ ਗੱਲ ਇਹ ਆ ਭਾਜੀ, ਜੇ ਤੁਸੀਂ ਇਹ $10 ਦੀ ਕਹਿੰਦੇ 9 ਤੋਂ 5 ਚੱਲਣਾ, ਆਪਣੀਆਂ ਕਮਿਊਨਿਟੀਜ਼ ਦੇ ਵਿੱਚ ਕਈ ਵਾਰੀ 9 ਤੋਂ 5 ਲੇਡੀਜ਼ ਨਹੀਂ ਜੌਬ ਨਹੀਂ ਕਰਦੀਆਂ, ਕਰਦੀਆਂ। ਕਿਉਂਕਿ ਈਵਨਿੰਗ ਜੌਬ ਜਾਂ ਸ਼ਿਫਟ ਜੌਬ ਸ਼ਿਫਟ ਜੌਬ ਆ। ਰਾਤ ਨੂੰ ਜਾਂਦੀਆਂ ਹੈਗੀਆਂ Yeah. ਜਾਂ ਦਿਨ ਨੂੰ ਕਰਦੀਆਂ ਜਾਂ ਆਡ ਆਵਰਸ ਕਰਦੇ ਹਾਂਜੀ, ਹੈਗੇ, ਹਾਂਜੀ। ਉਦੋਂ ਫਿਰ ਕੀ ਕਰਾਂਗੇ? ਉਦੋਂ $10 ਕੀ ਕਰੂਗੇ ਹੈਲਪ, ਜਾ ਰਾਈਟ? ਬਿਲਕੁਲ। ਸੋ ਇਹ ਜਿਹੜਾ ਮਾਡਲ ਹੈ ਕੁਬੈਕ ਦੇ ਵਿੱਚ ਕੰਮ ਕਰ ਗਿਆ ਹਾਂਜੀ ਟੂ ਦ ਐਕਸਟੈਂਟ ਇਟ, ਉਹ ਵੀ ਨਹੀਂ ਪੂਰਾ ਪਤਾ ਹੈਗਾ ਕਿ ਸਕਸੈਸਫੁਲ ਹੈ 20-30 ਸਾਲ ਬਾਅਦ ਕਿ ਨਹੀਂ, ਕਿਉਂਕਿ ਉੱਥੇ ਵੀ ਕੰਟਰੋਵਰਸੀ ਹੈਗੀ ਆ। ਬਹੁਤੀ ਗਿਣਤੀ ਦੇ ਵਿੱਚ ਫੈਮਲੀਆਂ ਇਹਨਾਂ ਸਹਿਮਤ ਨਹੀਂ ਹੋਣਗੀਆਂ। ਯਾ ਕਿਉਂਕਿ ਆਪਣਾ ਕਲਚਰ ਡਿਫਰੈਂਟ ਆ, ਹਾਂ। ਐਂਡ ਇਮੀਗ੍ਰੈਂਟ ਫੈਮਲੀਜ਼ ਦਾ ਕਲਚਰ, ਜਿੱਦਾਂ ਮੈਂ ਕਿਹਾ, ਫੋਕਸ ਬੱਚਿਆਂ ਨੂੰ ਸਿਰਫ ਪੜਾਉਣਾ ਹੀ ਨਹੀਂ, ਗੁੱਡ ਹਾਂ। ਐਜੂਕੇਸ਼ਨ ਹੀ ਦੇਣਾ ਨਹੀਂ ਹੈ, ਬਿਲਕੁਲ। ਪਰ ਕਲਚਰ ਤੇ ਲੈਂਗੁਏਜ ਵੀ ਰੱਖਣਾ ਇਹ ਬਹੁਤ ਜ਼ਰੂਰੀ ਜ਼ਰੂਰੀ ਹੈ। ਆ। Yes. ਹਾਂ, ਬਿਲਕੁਲ ਜੀ। ਸੋ ਮੈਂ ਤਾਂ ਇਹੀ ਕਹੂੰਗੀ ਕਿ
ਜਿਹੜੀ ਅਸੀਂ conservative government in waiting, I would say, is we're focused on providing choice to parents. Parents ਦੀ choice ਹੋਣੀ ਚਾਹੀਦੀ ਹੈ, support ਕਰੋ child care ਦੇ ਵਿੱਚ, ਪਰ parents ਨੂੰ decide ਕਰਨਾ ਉਹਨਾਂ ਦੇ ਬੱਚੇ ਲਈ ਬੈਸਟ ਕੀ ਆ, ਨਾ ਕਿ ਪੋਲੀਟੀਸ਼ੀਅਨ ਜਾਂ ਬਿਊਰੋਕਰੈਟਸ। ਹਾਂ ਬਿਲਕੁਲ, ਉਹਨਾਂ ਦਾ ਕੋਈ ਕੰਮ ਨਹੀਂ ਹੈਗੇ ਤੁਹਾਡੇ ਬੱਚਿਆਂ ਬਾਰੇ, ਕਿਉਂਕਿ ਤੁਹਾਨੂੰ ਪਤਾ ਤੁਹਾਡੇ ਬੱਚੇ ਦੀ ਪਰਵਰਿਸ਼ ਕਿੱਦਾਂ ਹੋਣੀ ਆ। ਐਂਡ ਕਈ ਬੱਚੇ ਭਾਜੀ ਹਾਈ ਨੀਡਸ ਹੈਗੇ ਆ, ਜਿਨ੍ਹਾਂ ਦੇ ਥੋੜ੍ਹੀਆਂ ਡਿਸੇਬਿਲਿਟੀਜ਼ ਆ, ਉਹਨਾਂ ਨੂੰ ਹੋਰ ਚਾਹੀਦੀ ਆ help, ਉਹਦੇ ਵਿੱਚ ਫਿਰ ਕੀ ਕਰਾਂਗੇ, ਕਿਉਂਕਿ ਉਹ ਫੋਕਸ ਹੋ ਜਾਣਾ ਹੋਰ, ਹਨਾ। ਜਿਹੜੇ ਕੁਕੀ ਕਟਰ ਜਿਹੜੇ ਸਾਰੇ ਕੈਨੇਡਾ ਦੇ ਵਿੱਚ ਇੱਕੋ ਜਿਹਾ ਲੱਗਣੀ ਹੈਗੀ ਆ ਡੇ ਕੇਅਰ, ਉਹਦੇ ਵਿੱਚ ਤਾਂ ਜਿੱਥੇ ਨੀਡ ਜ਼ਿਆਦਾ ਆ ਉਹਦੇ 'ਚ ਡਿਫਰੈਂਸ ਹੋਣਾ ਚਾਹੀਦਾ। ਬਿਲਕੁਲ, ਉਹ 'ਚ ਤਾਂ ਫਰਕ ਹੋਊਗਾ ਹੀ ਜੀ। ਸੋ ਪੇਰੈਂਟਸ ਨੂੰ ਹੀ ਚੋਇਸ ਚਾਹੀਦੀ ਆ ਜੇ ਉਹ ਡਿਸਾਈਡ ਕਰਨ ਬੱਚੇ ਕਿੱਦਾਂ ਰੇਜ਼ ਕਰਨੇ ਤੇ ਕਿਵੇਂ ਰੇਜ਼ ਕਰਨੇ। ਠੀਕ ਹੈ ਜੀ। ਅਗਲਾ ਸਵਾਲ ਹੈਗਾ ਜੀ ਆਪਣਾ, ਪਿਛਲੇ ਸਾਲ ਫਰਵਰੀ ਮਹੀਨੇ ਦੇ ਵਿੱਚ 160 ਤੋਂ ਜ਼ਿਆਦਾ ਔਰਤਾਂ ਜਿਹੜੀਆਂ ਮਾਰੀਆਂ ਗਈਆਂ ਸੀ, ਸਰਕਾਰ ਨੇ ਤਾਂ ਹਜੇ ਤੱਕ ਕੁਝ ਨਹੀਂ ਇਹਦੇ ਬਾਰੇ ਕੀਤਾ। ਤੁਸੀਂ ਆਪਣੇ ਤੌਰ ਤੇ ਜਾਂ ਤੁਹਾਡੀ ਪਾਰਟੀ ਦੇ ਤੌਰ ਤੇ ਕੁਝ ਇਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਆ ਜਾਂ ਕਿਵੇਂ, ਕੀ ਕਰ ਰਹੇ ਤੁਸੀਂ ਇਹਦੇ ਬਾਰੇ, ਕੀ ਕਹਿਣਾ ਚਾਹੁੰਦੇ? ਐਕਚੁਅਲੀ ਪਿਛਲੇ 1 ਸਾਲ ਦੇ ਵਿੱਚ 160 ਤੋਂ ਉੱਪਰ women ਦੀ ਮਰਡਰ ਕੀਤਾ ਗਿਆ ਸੀ, ਹਾਂ, ਐਟ ਦ ਹੈਂਡਸ ਆਫ ਦੇਅਰ ਪਾਰਟਨਰਸ। ਉਹਨਾਂ ਦੇ ਜਿਹੜੇ ਪਾਰਟਨਰ ਸੀਗੇ, ਜਦੋਂ ਉਹਨਾਂ ਨੇ ਕੀਤਾ, ਜਿਹੜੇ ਜਾਣਦੇ ਸੀ ਉਹਨਾਂ ਨੇ ਕੀਤਾ। ਅਸੀਂ ਮੈਂ ਸ਼ੈਡੋ ਮਿਨਿਸਟਰ ਆ ਫॉर ਵੂਮਨ ਐਂਡ ਜੈਂਡਰ ਇਕੁਐਲਿਟੀ, ਸੋ ਮੇਰਾ ਪੋਰਟਫੋਲੀਓ ਜਿਹੜਾ ਉਹ ਵੂਮਨ, ਉਹਨਾਂ ਦੀਆਂ ਪ੍ਰਾਇੋਰਿਟੀਜ਼ ਉਹਨਾਂ ਤੇ ਆ ਸਾਰਾ। ਸੋ ਅਸੀਂ ਕਹਿ ਰਹੇ ਹਾਂ ਕਿ ਨੈਸ਼ਨਲ ਜੈਂਡਰ ਐਕਸ਼ਨ ਪਲਾਨ ਚਾਹੀਦਾ ਆ, ਜਿਹੜਾ ਵਾਇਲੈਂਸ ਨੂੰ ਟੈਕਲ ਕਰੂਗਾ ਅਗੇਂਸਟ ਵੂਮਨ ਔਰ ਅਦਰ ਜੈਂਡਰਸ, ਰਾਈਟ? ਕਿਉਂਕਿ ਫੋਕਸ ਇਹ ਚਾਹੀਦਾ ਕਿ ਆਪਾਂ ਸਾਰੇ ਕੈਨੇਡੀਅਨਸ ਨੂੰ ਕਿੱਦਾਂ ਪ੍ਰੋਟੈਕਟ ਕਰਨਾ। 6 ਸਾਲ ਹੋ ਗਏ ਲਿਬਰਲ ਗਵਰਨਮੈਂਟ ਵਿੱਚ ਆਏ ਹੋਏ, ਇਹ ਹਾਲੇ ਕਹੀ ਜਾਂਦੇ ਆ ਕਿ we're working on it and listening to people। ਮੈਨੂੰ ਤਾਂ ਹਾਲੇ 1.5 ਸਾਲ ਹੀ ਹੋਇਆ ਤੇ ਮੈਨੂੰ ਸ਼ੈਡੋ ਮਿਨਿਸਟਰ ਬਣੀ ਨੂੰ ਹਾਲੇ 6-8 ਮਹੀਨੇ ਹੋਏ ਆ, ਹਨਾ। ਤੇ ਉਦੋਂ ਤੋਂ ਮੈਂ ਤਾਂ ਸਾਰੇ ਆਰਗੇਨਾਈਜੇਸ਼ਨਸ ਨਾਲ ਬਹੁਤ ਤੱਕ ਕੰਟੈਕਟ ਕਰ ਲਿਆ, ਮੀਟਿੰਗ ਕਰ ਲਈਆਂ ਹੈਗੀਆਂ, ਤਾਂ ਕਿ ਉਹ ਦੱਸਣ ਕਿੱਦਾਂ ਅਸੀਂ ਇਸ ਇਸ਼ੂ ਨੂੰ ਐਡਰੈਸ ਕਰ ਸਕਦੇ ਹਾਂ, ਕਿ ਵੂਮਨ ਨੂੰ ਕਿੱਦਾਂ ਸੇਫਟੀ ਐਂਡ ਸਿਕਿਉਰਿਟੀ ਪ੍ਰੋਵਾਈਡ ਕਰ ਸਕਦੇ ਆ। ਤੇ ਇਹਨਾਂ ਨੂੰ 6 ਸਾਲ ਹੋ ਗਏ ਇਹ ਗੱਲ ਕਹਿੰਦਿਆਂ ਨੂੰ ਕਿ ਅਸੀਂ ਕੰਮ ਕਰ ਰਹੇ ਆ। ਹੁਣ ਬਜਟ ਦੇ ਵਿੱਚ ਇਹਨਾਂ ਨੇ ਸੈਕਟਰੀਏਟ ਅਪਾਇੰਟ ਕੀਤਾ ਆ, ਜਿਹਨੇ ਕਿ ਹਾਲੇ ਪਲਾਨ ਬਣਾਉਣਾ ਆ। ਹੁਣ ਮਨੀ ਦਿੱਤੀ ਗਈ ਆ ਕਿ ਪਲਾਨ ਬਣਾਓ, 6 ਸਾਲ ਬਾਅਦ ਹਾਲੇ ਪਲਾਨ ਬਣਨਾ। women can't wait 5 years or 10 years ਕਿ ਇਹਨਾਂ ਦਾ ਹੋਰ 5 ਸਾਲ ਲੱਗ ਜਾਣ ਤਾਂ ਪਲਾਨ ਬਣੇ ਫਿਰ ਸਾਨੂੰ ਸੇਫਟੀ ਮਿਲੇ। women need help now and they need the security now। ਪਿਛਲੇ ਕੋਵਿਡ ਦੇ ਵਿੱਚ ਲੋਕ ਬਹੁਤ ਚੀਜ਼ਾਂ ਚੇਂਜ ਹੋਈਆਂ, ਬਹੁਤ ਸਿਚੁਏਸ਼ਨਸ ਜਿਹੜੀਆਂ ਆਪਾਂ ਨੂੰ ਪਤਾ ਸੀ ਐਗਜ਼ਿਸਟ ਹੁੰਦੀਆਂ ਦੁਨੀਆ ਦੇ ਵਿੱਚ, ਪਰ ਉਹ ਹਾਈਲਾਈਟ ਹੋ ਗਈਆਂ। ਜਿੱਦਾਂ ਵਾਇਲੈਂਸ ਅਗੇਂਸਟ ਵੂਮਨ ਇਜ਼ ਵਨ ਆਫ ਦੋਜ਼ ਥਿੰਗਸ ਜਿਹੜੇ ਇੰਪੈਕਟ ਬਹੁਤ ਹੋਈਆਂ ਵੂਮਨ, ਜਿੱਥੇ ਕਿ ਵੂਮਨ ਕਿਉਂਕਿ ਬਾਹਰ ਹੈਲਪ ਅਵੇਲੇਬਲ ਨਹੀਂ ਸੀ, ਜਾਂ ਜਿਹੜੀਆਂ ਆਰਗੇਨਾਈਜੇਸ਼ਨ ਨੂੰ ਉਹਨਾਂ ਨੂੰ ਇਨਫ ਮਨੀ ਨਹੀਂ ਦਿੱਤੀ ਗਈ ਗਵਰਨਮੈਂਟ ਵੱਲੋਂ, ਤੇ ਉਹਦੇ ਕਰਕੇ ਵੂਮਨ ਜੇ ਜਾਂਦੀਆਂ ਵੀ ਸੀ ਹੈਲਪ ਲਈ, ਉਹ ਘਰੇ ਭੇਜ ਦਿੱਤੀਆਂ ਜਾਂਦੀਆਂ ਸੀ, ਜਿੱਥੇ ਉਹ ਸਟਕ ਸੀ ਆਪਣੇ ਅਬਿਊਜ਼ਰਸ ਦੇ ਨਾਲ, ਰਾਈਟ? ਇੱਕ ਮਿੰਟ ਜਿੱਥੇ ਔਖਾ ਹੋਵੇ ਤਾਂ ਉਹਨਾਂ ਨੂੰ ਸਾਲ ਕੱਢਣਾ ਪਿਆ, ਤੇ ਅੱਗੇ ਵੀ ਕੁਛ ਦੱਸਦਾ ਨਹੀਂ ਹੈਗਾ, ਕਿਉਂਕਿ ਹੁਣ ਜੇ ਤੁਸੀਂ ਪਲਾਨ ਹੀ ਹੁਣ ਬਣਾਉਣ ਲੱਗੇ ਆ, ਹਾਲੇ ਟਾਈਮ ਕਿੰਨਾ ਲੱਗੂ, ਰਾਈਟ? ਹਜੇ ਤਾਂ ਪਲਾਨ ਬਣ ਰਿਹਾ, ਫਿਰ ਉਹ ਇੰਪਲੀਮੈਂਟ ਕਰੋਗੇ, ਫਿਰ ਤੁਸੀਂ ਉਹਨਾਂ ਦੇ ਬਾਰੇ ਕੀ ਸੋਚਣਾ, ਫਿਰ ਕੀ ਡਿਸੀਜਨ ਹੋਣਾ, ਜਦ ਤੂੰ ਜੇ 6 ਸਾਲ ਹੋਣ ਲੰਘਾ ਗਾਂ ਫਿਰ ਇੱਦਾਂ। But the urgency was yesterday। urgent ਤਾਂ ਕੱਲ ਸੀਗਾ, ਹਨਾ, ਪਿੱਛੇ ਰਹਿ ਗਿਆ urgent। ਹੁਣ ਤਾਂ ਆਪਾਂ ਨੂੰ ਹੋਰ ਸਪੀਡ ਤੇ ਚੱਲਣਾ ਪੈਣਾ ਤਾਂ ਕਿ ਆਪਾਂ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਸਕੀਏ, ਕਿਉਂਕਿ ਸਾਲ ਤੋਂ ਉੱਪਰ ਤਾਂ ਹੁਣ ਇਹ ਵੀ ਹੋ ਗਿਆ ਟਾਈਮ ਨਾ, 1.5 ਸਾਲ ਪਿਛਲੇ ਸਾਲ ਚ ਮਾਰ ਰਹੀਆਂ ਹੈਗੀਆਂ ਆ, ਮਰਡਰ ਹੋਈਆਂ ਹੈਗੀਆਂ, ਉਹਦੇ ਬਾਰੇ ਹਜੇ ਤੱਕ ਕੋਈ ਗੱਲਬਾਤ ਨਹੀਂ, ਕੋਈ ਸਵਾਲ ਨਹੀਂ ਹਜੇ। ਹਾਲੇ ਅਸੀਂ ਪਲੈਨਿੰਗ ਬਣਾ ਰਹੇ ਹਾਂ ਕਿ ਜਿਹੜਾ ਨੈਸ਼ਨਲ ਜੈਂਡਰ ਐਕਸ਼ਨ ਲਾਈਕ ਅਗੇਂਸਟ ਵਾਇਲੈਂਸ ਤੇ ਪਲਾਨ ਬਣਾਉਣਾ ਹੈਗਾ, ਉਹਦਾ ਪਲਾਨ ਬਣਾ ਰਹੇ ਆ। ਹੁਣ ਜਾ ਕੇ 6 ਸਾਲ ਬਾਅਦ ਪਲਾਨ ਬਣ ਲੱਗਾ। ਇਟਸ ਡਿਸਅਪੋਇੰਟਿੰਗ, ਕਿਉਂਕਿ ਗਵਰਨਮੈਂਟ ਕਹਿੰਦੀ ਆ ਨਾ ਅਸੀਂ ਫੈਮਿਨਿਸਟ ਗਵਰਨਮੈਂਟ ਆ, ਅਸੀਂ ਵੂਮਨ ਨੂੰ ਬਹੁਤ ਹਾਈਲਾਈਟ ਕਰਦੇ ਆ, ਹੱਕ ਦਿੰਦੇ ਆ, ਤੇ ਆਹ ਜਿਹੜੀਆਂ ਵੂਮਨ 160 ਤੋਂ ਉੱਪਰ ਜਿਹੜੀਆਂ ਜਿਨ੍ਹਾਂ ਨੂੰ ਮਾਰੀਆਂ ਗਈਆਂ ਉਹਨਾਂ ਦੇ ਹੱਕ, ਰਾਈਟ? ਸੋ ਆਪਾਂ ਨੂੰ ਇਹ ਸੋਚਣਾ ਪੈਣਾ ਆ, ਇਕੱਲੇ ਗੱਲਾਂ ਦੇ ਨਾਲ ਨਹੀਂ ਕੰਮ ਹੁੰਦੇ ਹੈਗੇ, ਐਕਸ਼ਨ ਲੈਣਾ ਪੈਣਾ ਆ। ਯੂ ਨੀਡ ਟੂ ਟੇਕ ਦੋਜ਼ ਸਟੈਪਸ ਨਾਓ, ਹਨਾ। ਹੁਣ ਜੇ ਤੁਸੀਂ ਪਲਾਨ ਹੀ ਬਣਾਉਣ ਲੱਗੇ ਬਹੁਤ ਟਾਈਮ ਲੱਗ ਜਾਣਾ, ਤੇ there's no time। ਇਹਨਾਂ ਨੂੰ ਕੀ ਤੁਸੀਂ ਇਹਨਾਂ ਦੀ ਫੈਮਿਲੀਜ਼ ਨੂੰ ਕੀ ਕਹੋਗੇ ਹੁਣ ਅਸੀਂ ਪਲਾਨ ਬਣਾਉਣਾ? ਉਹ ਤਾਂ ਵੇਟ ਕਰਦੇ ਆ ਵੀ ਸਾਡਾ
ਕੀ ਫੈਸਲਾ ਹੁੰਦਾ, ਸਾਨੂੰ ਕੀ ਹੱਕ, ਸਾਡੇ ਦੀ ਗੱਲ ਹੁੰਦੀ ਕਿ ਨਹੀਂ ਹੁੰਦੀ। so it's sad Yeah. ਕਿ ਜਿਹੜੀ ਗਵਰਨਮੈਂਟ, ਫੈਮਿਨਿਸਟ ਗਵਰਨਮੈਂਟ ਆਪਣੇ ਆਪ ਨੂੰ ਕਹਿੰਦੀ ਆ ਹਮ। women ਨੂੰ ਦੇ ਹੱਕ 'ਚ ਕਹਿੰਦੀ ਅਸੀਂ ਬੋਲਦੇ ਆ, Yeah. ਉਹ ਪ੍ਰੋਟੈਕਸ਼ਨ ਨਹੀਂ ਪ੍ਰੋਵਾਈਡ ਕਰ ਰਹੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਬੜੀ ਅਹਿਮ ਜਾਣਕਾਰੀ ਅੱਜ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ। ਅਖੀਰ ਵਿੱਚ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਆਈ ਥਿੰਕ ਮੇਰਾ ਇੱਕੋ ਹੀ ਅਖੀਰ ਦੇ ਵਿੱਚ ਹੁੰਦਾ ਆ ਕਿ ਜੇ ਕੋਈ ਵੀ ਕੁਐਸਚਨ ਹੁੰਦਾ, ਕੰਸਰਨ ਹੁੰਦਾ ਹੈ, ਜੇ ਤੁਹਾਨੂੰ ਨਹੀਂ ਵੀ ਪਤਾ ਹੈਗਾ ਕਿ ਸਾਡਾ ਆਫਿਸ ਰਾਈਟ ਆਫਿਸ ਹੈ, ਸਾਨੂੰ ਫੋਨ Yeah. ਕਰੋ। ਸਾਡਾ ਆਫਿਸ ਥਰੂ ਆਊਟ ਪੈਂਡੈਮਿਕ ਖੁੱਲਾ ਰਿਹਾ ਹੈ ਐਂਡ ਖੁੱਲਾ ਹੀ ਰਹੂਗਾ। ਹਾਂ, ਬਿਲਕੁਲ। ਅਸੀਂ ਤੁਹਾਡੇ ਟਾਈਮ ਜ਼ੋਨ ਦੇ ਨਾਲ ਵੀ ਕੰਮ ਕਰਦੇ ਆ। ਜੇ ਕਿਤੇ ਤੁਸੀਂ ਤੁਹਾਨੂੰ ਲੋੜ ਆ, ਪਲੀਜ਼ ਸਾਨੂੰ ਰੀਚ ਆਊਟ ਜ਼ਰੂਰ ਕਰੋ ਐਂਡ ਸਿੱਧੇ ਆਓ। ਹਾਂ ਬਿਲਕੁਲ ਜੀ, ਇਸ ਕੋਈ ਬੈਚ ਪਾਉਣ ਦੀ ਲੋੜ ਨਹੀਂ ਹੈ, ਸਿੱਧੇ ਆ ਕੇ ਸਾਨੂੰ ਦੱਸੋ ਕੀ ਕੰਸਰਨ ਆ। ਵੀ ਵਿਲ ਡੂ ਆਵਰ ਬੈਸਟ। ਜੇ ਅਸੀਂ ਨਾ- ਵਿਚੋਲਾ। ਹਾਂ, ਵਿਚੋਲਾ ਪਾਉਣ ਦੀ ਲੋੜ ਨਹੀਂ ਹੈ। ਜੇ ਅਸੀਂ ਨਾ ਕਰ ਸਕੇ ਹੈਲਪ, ਪਰ ਅਸੀਂ ਤੁਹਾਨੂੰ ਕਨੈਕਟ ਕਰ ਦਿਆਂਗੇ ਹਾਂ। ਜਿੱਥੋਂ ਤੁਹਾਨੂੰ ਹੈਲਪ ਗਾਈਡ ਕਰ ਦੂੰਗੇ ਵੀ ਇੱਥੇ ਜਾ ਸਕਦੇ ਤੁਸੀਂ, ਆ ਤੁਹਾਨੂੰ ਇਹਦਾ ਹੱਲ ਹੈ। ਐਗਜ਼ੈਕਟਲੀ। ਐਂਡ ਸਾਰਿਆਂ ਨਾਲੋਂ ਵੱਡੀ ਗੱਲ ਕਿ ਤੁਸੀਂ ਸੇਫ ਰਹੋ, ਆਪਣੀ ਹੈਲਥ ਦਾ ਧਿਆਨ ਰੱਖੋ ਤੇ ਆਪਣੇ ਲਵਡ ਵਨਸ ਦਾ ਧਿਆਨ ਰੱਖੋ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਫਿਰ ਤੁਹਾਡੇ ਤੋਂ ਨਵੀਂ ਅਪਡੇਟ ਲਈ ਤੁਹਾਨੂੰ ਬੇਨਤੀ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।